ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ। ਅੱਜ ਦੇ ਇਸ ਸੁੰਦਰ ਦਿਨ ਦੇ ਵਿੱਚ ਆਪ ਦੇ ਸੁੰਦਰ ਵਚਨ ਦਾ ਮਨਨ ਕਰਨ ਦੇ ਲਈ ਸਾਡੀ ਮਦਦ ਕਰ ਕਿ ਅੱਜ ਦੇ ਸਮੇਂ 'ਚ ਸਾਡੇ ਲਈ ਸਲੀਬ ਕੀ ਹੈ, ਇਸ ਨੂੰ ਸਮਝਣ ਦੇ ਲਈ ਔਰ ਇਸ ਦੇ ਅਨੁਸਾਰ ਸਾਨੂੰ ਆਪਣੇ ਪਵਿੱਤਰ ਜੀਵਨ ਨੂੰ ਬਤੀਤ ਕਰਨ ਦੇ ਲਈ ਮਦਦ ਕਰ। ਜਿੰਨੇ ਵੀ ਸੁਣ ਰਹੇ ਨੇ ਔਰ ਪਰਮੇਸ਼ਰ ਪਿਤਾ ਜੋ ਮਨਨ ਕਰਦੇ ਨੇ, ਉਹਨਾਂ ਨੂੰ ਬਰਕਤ ਦੇ, ਬੋਲਣ ਵਾਲੇ ਨੂੰ ਆਪਣੀ ਸਮਝ ਅਤੇ ਤੌਫੀਕ ਦੇ, ਤਾਂ ਕਿ ਤੇਰੀ ਆਤਮਾ ਦਾ ਪ੍ਰਕਾਸ਼ ਸਾਡੇ ਵਿੱਚ ਤੇਰੀ ਆਸ਼ੀਸ਼ ਦਾ ਕਾਰਨ ਬਣੇ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦੇ ਵਿੱਚੋਂ ਅਸੀਂ ਲਗਾਤਾਰ ਇਹ ਮਨਨ ਕਰਦੇ ਆ ਰਹੇ ਹਾਂ, ਅੱਜ ਸਾਡੇ ਲਈ ਸਲੀਬ ਦਾ ਕੀ ਅਰਥ ਹੈ, ਕੀ ਮਾਇਨੇ ਰੱਖਦਾ ਹੈ, ਅਸੀਂ ਕੀ ਸੋਚਦੇ ਹਾਂ। ਪਿਛਲੇ 2 ਭਾਗਾਂ ਦੇ ਵਿੱਚ ਅਸੀਂ ਇਸ ਨੂੰ ਸਿੱਖਿਆ ਹੈ ਔਰ ਲਾਸਟ ਮੈਂ ਛੱਡਿਆ ਸੀ ਕਰੂਸ ਦੀ ਠੋਕਰ, ਅਤੇ ਉਸ ਤੋਂ ਬਾਅਦ ਮੈਂ ਦੂਸਰਾ ਕੀਤਾ ਸੀ ਕਿ ਸਲੀਬ ਦੀ ਠੋਕਰ ਕਿੱਥੋਂ ਹੈ। ਅੱਜ ਅਸੀਂ ਸਿੱਖਣ ਜਾ ਰਹੇ ਹਾਂ ਇਸ ਸਲੀਬ ਦਾ ਪ੍ਰਗਟੀਕਰਨ। ਅਸੀਂ ਇਹ ਸਮਝਦੇ ਹਾਂ ਕਿ ਯਿਸੂ ਮਸੀਹ ਦਾ ਸਲੀਬ ਤੇ ਚੜਾਇਆ ਜਾਣਾ ਕਲੰਕ ਨਾਲ ਘਿਰਿਆ ਹੋਇਆ ਵਾਤਾਵਰਨ ਸੀ। ਜਦੋਂ ਸਲੀਬ ਤੇ ਚੜਾਇਆ ਜਾ ਰਿਹਾ ਸੀ ਤਾਂ ਲੋਕ ਉਸ ਨੂੰ ਚੰਗਾ ਨਹੀਂ ਸੀ ਸਮਝ ਰਹੇ, ਕਿਉਂਕਿ ਉਸ ਸਮੇਂ ਇਹ ਇੱਕ ਕਲੰਕਿਤ ਮੌਤ ਸੀ, ਇਹ ਇੱਕ ਸ਼ਰਮਨਾਕ ਮੌਤ ਸੀ ਜਿਹੜੀ ਕਿ ਉਸ ਸਮੇਂ ਹਰ ਇੱਕ ਅਪਰਾਧੀ ਨੂੰ ਜਿਹੜਾ ਘਿਰਣਿਤ ਕੰਮ ਕਰਦਾ ਸੀ ਉਹਨੂੰ ਦਿੱਤੀ ਜਾਂਦੀ ਸੀ। ਪਰ ਮਸੀਹ ਯਿਸੂ ਨੂੰ ਉਸ ਦਾ 3 ਵਾਰ ਨਿਆਂ ਹੋਇਆ ਔਰ 3 ਵਾਰ ਕਚਹਿਰੇ ਦੇ ਵਿੱਚ ਖੜਾ ਹੋਇਆ। ਉਸ ਨੂੰ ਜਦੋਂ ਨਿਆਂਧੀਸ਼ ਨੇ ਉਸ ਦੇ ਵਿੱਚ ਕੋਈ ਦੋਸ਼ ਨਹੀਂ ਲੱਭਿਆ ਤਾਂ ਲੋਕਾਂ ਨੇ ਉਸ ਨੂੰ ਕਿਹਾ ਇਸ ਨੂੰ ਸਲੀਬ ਚਾੜੋ। ਇਹਦਾ ਮਤਲਬ ਉਹ ਲੋਕ ਜਾਣਦੇ ਸੀ ਕਿ ਸਲੀਬ ਦਾ ਅਰਥ ਕੀ ਸੀ, ਸਲੀਬ ਦਾ ਪ੍ਰਗਟੀਕਰਨ ਕੀ ਸੀ, ਉਹ ਸਮਝਦੇ ਸੀ। ਉਹਨਾਂ ਲਈ ਕੋਈ ਵੀ ਇਸ ਗੱਲ ਦਾ ਕੋਈ ਛੁਪਿਆ ਹੋਇਆ ਕੰਮ ਨਹੀਂ ਸੀ ਕਿ ਹਾਂ ਇਹਨੂੰ ਆਮ ਸਜ਼ਾ ਦਿੱਤੀ ਜਾ ਰਹੀ। ਸਲੀਬ ਸਭ ਤੋਂ ਘਿਰਣਿਤ ਅਤੇ ਦਰਦਨਾਕ ਇੱਕ ਸਜ਼ਾ ਸੀ ਜਿਹੜੀ ਕਿ ਅਪਰਾਧੀ ਨੂੰ ਦਿੱਤੀ ਜਾਂਦੀ ਸੀ, ਅਤੇ ਉਹਦੇ ਅਪਰਾਧ ਦਾ ਲੇਖਾ ਜੋ ਸੀ ਸਲੀਬ ਦੇ ਉੱਤੇ ਪ੍ਰਗਟ ਹੁੰਦਾ ਸੀ ਔਰ ਅਪਰਾਧੀ ਨੂੰ ਸਲੀਬ ਦੇ ਉੱਤੇ ਲਟਕਾ ਕੇ ਰੱਖਿਆ ਜਾਂਦਾ ਸੀ। ਇਸ ਲਈ ਅਸੀਂ ਸਮਝਦੇ ਹਾਂ ਕਿ ਉਸ ਸਮੇਂ ਦਾ ਸਲੀਬ ਦਾ ਸਭ ਤੋਂ ਭਿਆਨਕ ਅਤੇ ਸਭ ਤੋਂ ਦਰਦਨਾਕ ਅਤੇ ਸਭ ਤੋਂ ਸ਼ਰਾਪਿਤ ਵਾਤਾਵਰਨ ਜਿਹੜਾ ਸੀ ਉਸ ਸਮੇਂ ਉਸ ਜਗ੍ਹਾ ਦੇ ਉੱਤੇ ਆ ਰਿਹਾ ਸੀ। ਇਸ ਲਈ ਮਨੁੱਖਾਂ ਨੇ ਇਸ ਸਲੀਬ ਤੋਂ ਠੋਕਰ ਖਾਧੀ। ਇਸ ਲਈ ਇਸ ਸਲੀਬ ਨੂੰ ਉਹ ਸ਼ਰਾਪਿਤ ਸਮਝਦੇ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਇਸ ਸਲੀਬ ਦੀ ਉਸ ਲੱਜਾ ਨੂੰ ਛੁਪਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਲੋਕਾਂ ਨੇ ਸੰਗੀਤ ਦੇ ਨਾਲ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਔਰ ਇਸ ਨੂੰ ਉਹਨਾਂ ਨੇ ਸਲੀਬ ਦੇ ਨਾਲ ਗਾ ਕੇ ਉਸ ਦੇ ਨਾਮ ਨੂੰ ਆਦਰ ਦੇ ਯੋਗ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਕਈਆਂ ਨੇ ਕਿਹਾ ਸਲੀਬ ਮੇਰੇ ਲਈ ਜੀਵਨ ਹੈ, ਸਲੀਬ ਮੇਰੇ ਲਈ ਮੁਕਤੀ ਦਾ ਰਾਹ। ਇਸ ਤਰ੍ਹਾਂ ਦੇ ਬਹੁਤ ਸਾਰੇ ਗਾਣੇ ਅੱਜ ਦੇ ਸਮੇਂ ਦੇ ਵਿੱਚ ਆਏ ਹੈ ਜਿਸ ਨੇ ਇਸ ਸਲੀਬ ਦੇ ਉਸ ਗੰਦੇ ਅਤੇ ਭਿਆਨਕ ਸ਼ਰਾਪ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਕੀਤੀਆਂ। ਔਰ ਇੱਕ ਗੀਤ ਸੀ, ਦੂਰ ਪਹਾੜੀ ਉੱਤੇ ਇੱਕ ਸਲੀਬ ਖੜੀ ਹੈ,
पास ना छोड़ूंगा प्यारी सलीब जब तक दुनिया में होगा कयाम। बहुत सारे इस तरह के गीत है ਜਿਹੜੇ इस लज्जा ਨੂੰ इस ਪ੍ਰਗਟੀਕਰਨ ਨੂੰ ਛੁਪਾਉਣ ਦੇ ਲਈ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ। ਔਰ ਸ਼ਤਾਬਦੀਆਂ ਦੀ ਪਰੰਪਰਾ ਤੋਂ ਸਲੀਬ ਇੱਕ ਘਿਰਣਾਜਨਕ ਦੁਰਗੰਧ ਹਟਾਉਣ ਦਾ ਪ੍ਰयास ਗੀਤਾਂ ਦੇ ਰਾਹੀਂ ਕੀਤਾ ਗਿਆ ਹੈ। ਪਰ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪੌਲਸ ਨੇ ਇਸ ਨੂੰ ਕਦੇ ਛੁਪਾਇਆ ਨਹੀਂ। ਪੌਲਸ ਨੇ ਕਦੇ ਵੀ ਇਸ ਦਾ ਲੁਕਾਓ ਨਹੀਂ ਕੀਤਾ। ਜੇ ਅਸੀਂ ਵਚਨ ਦੇ ਵਿੱਚ ਪੜ੍ਹੀਏ ਤਾਂ ਮੈਂ ਆਪ ਦੇ ਨਾਲ ਪੜ੍ਹਨ ਜਾ ਰਿਹਾ ਹਾਂ ਗਲਾਤੀਆਂ ਦੀ ਪੁਸਤਕ ਉਸ ਦਾ 6 ਅਧਿਆਏ ਦੇ ਵਿੱਚ ਪੌਲਸ ਕੁਝ ਇਸ ਤਰ੍ਹਾਂ ਕਹਿੰਦਾ ਹੈ ਆਪਣੇ ਗਲਾਤੀਆਂ ਦੇ ਲੋਕਾਂ ਦੇ ਲਈ। ਉਹ ਕਹਿੰਦਾ ਹੈ ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਹੋਰ ਕਿਸੇ ਗੱਲ ਉੱਤੇ ਅਪਮਾਨ ਕਰਾਂ ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ, ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜਿਆ ਗਿਆ। ਮੈਂ ਸਲੀਬ ਉੱਤੇ ਚਾੜਿਆ ਗਿਆ ਕਿਹਦੇ ਨਾਲ? ਮਸੀਹ ਦੇ ਨਾਲ। ਕਿਉਂ ਇਹ ਗੱਲ ਕਹਿ ਰਿਹਾ? ਕਿਉਂਕਿ ਸਲੀਬ ਦੇ ਉੱਤੇ ਜਿਹੜਾ ਚਾੜਿਆ ਗਿਆ ਹੈ ਉਹ ਮੇਰੇ ਪਾਪਾਂ ਦੇ ਲਈ ਚਾੜਿਆ ਗਿਆ। ਪੌਲਸ ਇਸ ਦਾ ਇਨਕਾਰ ਨਹੀਂ ਕਰ ਰਿਹਾ ਹੈ। ਪੌਲਸ ਇਹ ਕਹਿ ਰਿਹਾ ਹੈ ਮੈਂ ਪਾਪੀ ਸੀ, ਮੇਰੇ ਪਾਪ ਬੜੇ ਘਿਰਣਿਤ ਸੀ ਔਰ ਮੈਨੂੰ ਮੌਤ ਦੀ ਸਜ਼ਾ ਮਿਲਣੀ ਸੀ, ਪਰ ਉਹ ਘਿਰਣਿਤ ਪਾਪ ਦੀ ਸਜ਼ਾ ਦੇ ਲਈ ਮੈਂ ਸਲੀਬ ਦੇ ਉੱਤੇ ਚਾੜੇਗਾ। ਭਾਵ ਮਸੀਹ ਯਿਸੂ ਸਲੀਬ ਦੇ ਉੱਤੇ ਚਾੜੇਗਾ ਮੇਰੇ ਲਈ। ਉਹਦਾ ਇਕਰਾਰ ਕਰ ਰਿਹਾ ਹੈ। ਅੱਜ ਅਸੀਂ ਉਸ ਦੀ ਜਦੋਂ ਸਾਖੀ ਦਿੰਦੇ ਹਾਂ ਜਾਂ ਗਵਾਹੀ ਦਿੰਦੇ ਹਾਂ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਮੈਂ ਬੜਾ ਗੰਦਾ ਸੀ, ਮੈਂ ਬੜਾ ਭੈੜਾ ਸੀ, ਮੇਰੇ ਕੰਮ ਚੰਗੇ ਨਹੀਂ ਸੀ, ਮੈਂ ਬਹੁਤ ਬੁਰਾ ਸੀ, ਮੈਂ ਇਸ ਤਰ੍ਹਾਂ ਦੇ ਕੰਮ ਆਪਣੇ ਲੱਜਾਜਨਕ ਕੰਮ ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਸੀ, ਮੈਂ ਕਿਸ ਤਰ੍ਹਾਂ ਦੀਆਂ ਆਪਣਾ ਮੇਰੇ ਜੀਵਨ ਦੀਆਂ ਗੱਲਾਂ ਸੀ, ਉਹ ਸਭ ਅਸੀਂ ਉਸ ਸਲੀਬ ਦੇ ਕੋਲ ਜਾ ਕੇ ਧਰਦੇ ਹਾਂ। ਕਿਉਂ? ਕਿਉਂਕਿ ਉਹ ਸਭ ਲੱਜਾਜਨਕ ਪਾਪ ਮੇਰੇ ਲਈ ਕਲਵਰੀ ਕਰੂਸ ਦੇ ਉੱਤੇ ਮਸੀਹ ਯਿਸੂ ਨੇ ਲੈ ਲਏ। ਉੱਥੇ ਸ਼ਰਮਿੰਦਗੀ ਦੀ ਗੱਲ ਨਹੀਂ, ਉੱਥੇ ਮੇਰੇ ਲਈ ਆਨੰਦ ਦੀ ਗੱਲ, ਕਿਉਂਕਿ ਉਹ ਲੈ ਲਏ। ਉਹ ਸ਼ਰਾਬ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਲੈ ਲਿਆ। ਉਹ ਸਾਰਾ ਜਿੰਨਾ ਵੀ ਮੇਰਾ ਘਿਰਣਿਤ ਪਾਪ ਸੀ ਉਹ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਲੈ ਲਿਆ। ਪੌਲਸ ਇਹੋ ਤਾਂ ਕਹਿ ਰਿਹਾ, ਮੈਂ ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ ਕਰਾਂਗਾ। ਪੌਲਸ ਆਪਣੇ ਜੀਵਨ ਦੇ ਵਿੱਚ ਕੋਈ ਸਲੀਬ ਤੋਂ ਬਗੈਰ ਗੱਲ ਨਹੀਂ ਕਰਦਾ, ਸਲੀਬ ਤੋਂ ਬਗੈਰ ਗੱਲ ਨਹੀਂ ਕਰਦਾ। ਜਦੋਂ ਉਹ ਆਪਣੇ ਪ੍ਰਚਾਰ ਦੀ ਗੱਲ ਕਰਦਾ ਪਹਿਲਾ ਕੁਰਿੰਥੀਆਂ ਦੇ ਵਿੱਚ ਉਸ ਦੇ 23 ਦੇ ਵਿੱਚ, ਤਾਂ ਕਹਿੰਦਾ ਹੈ ਕਿ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦੇ। ਕਿਉਂ? ਅਸੀਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ, ਇਸ ਤੋਂ ਬਗੈਰ ਅਸੀਂ ਹੋਰ ਕਿਉਂ? ਕਿਉਂਕਿ ਉਸ ਤੋਂ ਮੇਰਾ ਛੁਟਕਾਰਾ ਹੋਇਆ ਹੈ। ਜੋ ਸਲੀਬ ਦੇ ਉੱਤੇ ਉਹ ਘਿਰਣਾਜਨਕ ਪਾਪ ਨੂੰ ਜਿਹੜੇ ਮੇਰੇ ਸੀ ਸਲੀਬ ਦੇ ਉੱਤੇ ਲੈ ਕੇ ਨਾ ਜਾਂਦਾ ਤਾਂ ਮੈਂ ਬਚ ਨਹੀਂ ਸੀ ਸਕਦਾ, ਤਾਂ ਮੈਂ ਪਰਮੇਸ਼ਵਰ ਦਾ ਪੁੱਤਰ ਨਹੀਂ ਸੀ ਬਣ ਸਕਦਾ, ਤਾਂ ਮੈਂ ਜੋ ਅਧਿਕਾਰ ਖੋ ਚੁੱਕਾ ਸੀ ਬਾਬੇ ਆਦਮ ਤੋਂ ਉਸ ਨੂੰ ਪ੍ਰਾਪਤ ਨਹੀਂ ਸੀ ਕਰ ਸਕਦਾ। ਮੈਨੂੰ ਜੋ ਅਦਨੇ ਬਾਗ ਦੇ ਵਿੱਚੋਂ ਕੱਢਿਆ ਗਿਆ ਸੀ, ਜੋ ਪਰਮੇਸ਼ਵਰ ਦੀ ਬਾਦਸ਼ਾਹ ਤੋਂ ਕੱਢਿਆ ਗਿਆ ਸੀ, ਉਸ ਬਾਦਸ਼ਾਹ ਦੇ ਵਿੱਚ ਲਿਆਉਣ ਦੇ ਲਈ ਮੇਰੇ ਪ੍ਰਭੂ ਯਿਸੂ ਮਸੀਹ ਨੇ ਕਲਵਰੀ ਕਰੂਸ ਦੇ ਉੱਤੇ ਉਸ ਘਿਰਣਿਤ ਮੌਤ ਨੂੰ ਸਹਿ ਲਿਆ। ਕਿਆ ਮੈਂ ਉਸ ਦਾ ਪ੍ਰਚਾਰ ਨਹੀਂ ਕਰ ਸਕਦਾ ਆਨੰਦ ਦੇ ਨਾਲ, ਖੁਸ਼ੀ ਦੇ ਨਾਲ? ਕਿਉਂ? ਕਿਉਂਕਿ ਉਸ ਨੇ ਮੈਨੂੰ ਆਪਣੀ ਸਦੀਵੀ ਜ਼ਿੰਦਗੀ ਆਪਣੀ ਮੌਤ ਦੇ ਨਾਲ ਦਿੱਤੀ ਹੈ। ਉਸ ਘਿਰਣਿਤ ਮੌਤ ਜਿਹੜੀ ਉਸ ਸਮੇਂ ਦੇ ਵਿੱਚ ਸਭ ਤੋਂ ਘਿਰਣਿਤ ਅਤੇ ਕਲੰਕਿਤ ਮੌਤ ਸੀ, ਸਾਰੇ ਸਮਾਜ ਦੇ ਸਾਹਮਣੇ, ਸਾਰੇ ਸੰਸਾਰ ਦੇ ਸਾਹਮਣੇ। ਇਸ ਕਰਕੇ ਤਾਂ ਪੌਲਸ ਕਹਿੰਦਾ ਇਹ ਘਟਨਾ ਕਿਸੇ ਖੂੰਜੇ ਦੇ ਵਿੱਚ ਨਹੀਂ, ਇਹ ਸਭਨਾਂ ਦੇ ਸਾਹਮਣੇ ਹੋਈ ਹੈ, ਸਾਰੇ ਸੰਸਾਰ ਦੇ ਸਾਹਮਣੇ ਹੋਈ ਹੈ। ਇਹ ਲੱਜਾਜਨਕ ਨਹੀਂ। ਦੂਸਰੀ ਗੱਲ, ਪਤਰਸ ਵੀ ਇਸ ਗੱਲ ਦਾ ਇਜ਼ਹਾਰ ਕਿਸ ਤਰ੍ਹਾਂ ਕਰਦਾ ਹੈ। ਮੈਂ ਰਸੂਲਾਂ ਦੇ ਕਰਤੱਵ ਉਸ ਦਾ 5 ਅਧਿਆਇ ਉਸ ਦੀ 30 ਆਇਤ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਪੌਲਸ
ਯਹੂਦੀਆਂ ਦੇ ਨਾਲ ਇਹ ਗੱਲਾਂ ਨੂੰ ਉਹਨਾਂ ਨੂੰ ਕਰਦੇ ਹੋਏ ਨਜ਼ਰ ਆਉਂਦਾ ਹੈ। 5 ਦਾ ਕੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੋਇਆ ਹੈ, ਕਹਿੰਦਾ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਜਵਾਲਿਆ, ਜਿਹਨੂੰ ਤੁਸੀਂ ਕਾਠ ਉੱਤੇ ਲਮਕਾ ਕੇ ਮਾਰ ਸੁੱਟਿਆ ਸੀ। ਜਿਹਨੂੰ ਤੁਸੀਂ ਕਾਠ ਉੱਤੇ ਲਮਕਾ ਕੇ ਮਾਰ ਸੁੱਟਿਆ ਸੀ। ਇਹ ਪਰਮੇਸ਼ਰ ਵੱਲੋਂ ਦਿੱਤੀ ਹੋਈ ਸਜ਼ਾ ਸੀ ਔਰ ਪਰਮੇਸ਼ਰ ਵੱਲੋਂ ਠਹਿਰਾਈ ਹੋਈ ਸਜ਼ਾ ਸੀ। ਇਸ ਕਰਕੇ ਉਹ ਕਹਿੰਦਾ ਹੈ ਤੁਸੀਂ ਸਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਜਿਹਨੂੰ ਜਵਾਲਿਆ, ਯਿਸੂ ਨੂੰ, ਇਹਦਾ ਮਤਲਬ ਯਿਸੂ ਨੂੰ ਜਵਾਲਿਆ, ਜਿਹਨੂੰ ਤੁਸੀਂ ਕਾਠ ਤੇ ਲਮਕਾ ਕੇ ਮਾਰ ਦਿੱਤਾ। ਵਿਵਸਥਾ ਦੇ ਵਿੱਚ ਲਿਖਿਆ ਹੈ ਜਿਹੜਾ ਗਲਤ ਕੰਮ ਕਰਦਾ ਹੈ, ਜਿਹੜਾ ਅਜਿਹਾ ਪਰਮੇਸ਼ਰ ਦੀ ਵਿਵਸਥਾ ਨੂੰ ਤੋੜਦਾ ਹੈ, ਉਹਨੂੰ ਕਾਠ ਉੱਤੇ ਲਮਕਾ ਕੇ ਮਾਰ ਦਿਓ। ਕਾਠ ਤੇ ਅੱਜ ਪਰਮੇਸ਼ਰ ਨੇ ਉਹ ਕੰਮ ਮੇਰੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਕੀਤੇ ਹੈ ਕਿ ਉਹ ਕਾਠ ਤੇ ਲਮਕਾਇਆ ਜਾਵੇ। ਨਿਆਧੀਸ਼ਾਂ ਦੇ ਨਿਆਂ ਤੋਂ ਬਾਅਦ ਵੀ ਉਸ ਨੂੰ ਸਜ਼ਾਏ ਮੌਤ ਸਲੀਬ ਦੇ ਉੱਤੇ ਦਿੱਤੀ ਜਾਵੇ। ਕਲੰਕਿਤ ਪਤਰਸ ਵੀ ਇਸ ਗੱਲ ਦੇ ਬਾਰੇ ਪ੍ਰਚਾਰ ਕਰਨ ਤੋਂ ਝਿਜਕਦਾ ਨਹੀਂ ਹੈ। ਉਹ ਸੱਚਾਈ ਦੱਸਣ ਤੋਂ ਝਿਜਕਦਾ ਨਹੀਂ ਹੈ। ਜਿਵੇਂ ਬਹੁਤ ਸਾਰੇ ਲੋਕ ਅੱਜ ਅਗਰ ਕਿਸੇ ਨੂੰ ਕੋਈ ਗੱਲ, ਕੋਈ ਕਹਿੰਦਾ ਉਹ ਦੇਖੋ ਜੀ ਮਸੀਹੀ, ਕੋਈ ਉਹਨੂੰ ਚੰਗਾ ਨਹੀਂ ਸਮਝਦਾ, ਕੋਈ ਅੱਛਾ ਨਹੀਂ ਸਮਝਦਾ। ਤੇ ਕਈ ਲੋਕ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਆ ਤਾਂ ਮੈਂ ਆਪਣੀ ਵਿਅਕਤੀਗਤ ਜੀਵਨ ਦੇ ਵਿੱਚ ਇਸ ਚੀਜ਼ ਦਾ ਅਨੁਭਵ ਕੀਤਾ ਹੈ ਔਰ ਮੈਂ ਕਈ ਲੋਕਾਂ ਨੂੰ ਦੇਖਿਆ ਜਦੋਂ ਇਸ ਤਰ੍ਹਾਂ ਗੱਲ ਕਰਦੇ ਆ ਤਾਂ ਇਸ ਤਰ੍ਹਾਂ ਕਰਕੇ ਲੰਘ ਜਾਂਦੇ। ਪਰ ਸਾਨੂੰ ਆਪਣੇ ਆਪ ਦੇ ਵਿੱਚ ਅਪਮਾਨ ਫਕਰ ਹੁੰਦਾ ਹੈ ਕਿ ਮਸੀਹ ਯਿਸੂ ਨੇ ਮੇਰੇ ਪਾਪ ਦੇ ਲਈ ਇਸ ਘਿਰਣਾ ਦੇ ਉਸ ਨਿਆਂ ਨੂੰ, ਇਸ ਕਲੰਕ ਦੇ ਨਿਆਂ ਨੂੰ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਸਹਿ ਲਿਆ। ਬਾਈਬਲ ਦੇ ਵਿੱਚ ਲਿਖਿਆ ਹੈ ਜੇ ਤੁਹਾਨੂੰ ਕੋਈ ਆਪਣਾ ਬੋਲੀਆਂ ਮਾਰਨ, ਕੁਝ ਕਰਨ, ਤੁਸੀਂ ਆਨੰਦਿਤ ਹੋਣਾ। ਕਿਉਂ ਆਨੰਦਿਤ ਹੋਣਾ? ਕਿਉਂਕਿ ਸਵਰਗ ਦੇ ਵਿੱਚ ਤੁਹਾਡੇ ਲਈ ਬਹੁਤ ਵੱਡਾ ਫਲ ਹੈ ਜੇ ਤੁਸੀਂ ਮੇਰੇ ਲਈ ਸਹਿ ਰਹੇ ਹੋ। ਕੀ ਤੁਸੀਂ ਇਸ ਕਲੰਕ, ਇਸ ਘਿਰਣਾ ਨੂੰ ਆਪਣੇ ਜੀਵਨ ਦੇ ਵਿੱਚ, ਸਮਾਜ ਦੇ ਵਿੱਚ ਸਹਿ ਰਹੇ ਹੋ? ਪ੍ਰਭੂ ਯਿਸੂ ਮਸੀਹ ਨੇ ਮੈਨੂੰ ਬਚਾਉਣ ਦੇ ਲਈ ਇਸ ਸਲੀਬ ਦੇ ਘਿਰਣਿਤ ਪਾਪ ਨੂੰ, ਘਿਰਣਿਤ ਆਪਣਾ ਸਾਰੇ ਜਿੰਨੇ ਵੀ ਮੇਰੇ ਉੱਤੇ ਦੋਸ਼ ਸੀ ਉਸ ਨੂੰ ਕਲਵਰੀ ਕਰੂਸ ਦੇ ਉੱਤੇ ਸਹਿ ਲਿਆ। ਪ੍ਰਗਟੀਕਰਨ ਪੌਲਸ ਵੀ ਕਰ ਰਿਹਾ ਹੈ, ਪ੍ਰਗਟੀਕਰਨ ਪਤਰਸ ਵੀ ਕਰ ਰਿਹਾ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਲੱਜਾਜਨਕ ਸਲੀਬ ਦੇ ਇਸ ਪ੍ਰਗਟੀਕਰਨ ਨੂੰ ਇਬਰਾਨੀਆਂ ਦਾ ਲੇਖਕ ਕੀ ਕਹਿ ਰਿਹਾ ਹੈ ਉਹ ਵੀ ਮੈਂ ਪੜ੍ਹ ਰਿਹਾ। ਇਬਰਾਨੀਆਂ ਦੀ ਪੁਸਤਕ ਉਸਦਾ 13 ਦੇ ਵਿੱਚ ਕੀ ਲਿਖਿਆ ਹੈ, ਮੈਂ ਆਪ ਦੇ ਲਈ ਉਸ ਨੂੰ ਵੀ ਪੜ੍ਹਨ ਜਾ ਰਿਹਾ। ਇਬਰਾਨੀਆਂ ਦੀ ਪੁਸਤਕ 13 ਇੱਥੇ ਲਿਖਿਆ ਹੈ, ਕਹਿੰਦਾ ਸੋ ਆਓ ਅਸੀਂ ਉਹਦੇ ਨਿਮਿਤ ਨਿੰਦਾ ਸਹਿੰਦੇ ਡੇਰਿਓਂ ਵਾਰ ਉਹਦੇ ਕੋਲ ਚਲੀਏ। ਨਿੰਦਾ ਸਹਿੰਦੇ ਡੇਰਿਓਂ ਵਾਰ ਉਹਦੇ ਕੋਲ ਚਲੀਏ। ਸਾਨੂੰ ਕੋਈ ਵੀ ਅੰਤ ਤੱਕ ਚੰਗਾ ਨਹੀਂ ਕਹੂਗਾ ਤੁਸੀਂ ਬਈ ਮਸੀਹੀ ਹੋ, ਚੰਗੇ ਹੋ। ਕੋਈ ਚੰਗਾ ਨਹੀਂ ਕਹੇਗਾ। ਜਿਨ੍ਹਾਂ ਦੇ ਅੰਦਰ ਕੰਮ ਹੋ ਗਿਆ ਹੈ, ਜਿਨ੍ਹਾਂ ਨੇ ਆਪਣਾ ਮਸੀਹ ਯਿਸੂ ਦੀ ਇਸ ਸਲੀਬ ਨੂੰ ਆਪਣੇ ਵਿੱਚ ਝੱਲ ਲਿਆ ਹੈ, ਉਸ ਘਿਰਣਾ ਦੇ ਦੁੱਖ ਨੂੰ, ਉਸ ਕਲੰਕਿਕ ਜੀਵਨ ਨੂੰ ਝੱਲ ਲਿਆ ਹੈ ਇਸ ਸਮਾਜ ਦੇ ਵਿੱਚ, ਉਹ ਕਹਿਣਗੇ ਤੁਹਾਨੂੰ ਤੁਸੀਂ ਬਹੁਤ ਵਧੀਆ ਕੀਤਾ ਹੈ ਜੋ ਤੁਸੀਂ ਮਸੀਹ ਯਿਸੂ ਦੇ ਵਿੱਚ ਆਪਣੇ ਪਾਪਾਂ ਦਾ ਅੰਗੀਕਾਰ ਕਰਦੇ ਹੋਏ ਤੁਸੀਂ ਪਰਮੇਸ਼ਰ ਦੀ ਸੰਤਾਨ। ਉਹ ਲੋਕ ਕਹਿਣਗੇ ਜਿਹੜੇ ਵਿਸ਼ਵਾਸੀ ਹੈ। ਸੰਸਾਰ ਨਹੀਂ ਕਹੇਗਾ। ਸੰਸਾਰ ਤੁਹਾਡੀ ਨਿੰਦਾ ਕਰੇਗਾ, ਸੰਸਾਰ ਤੁਹਾਡੇ ਉੱਤੇ ਬੋਲੀਆਂ ਮਾਰੇਗਾ, ਸੰਸਾਰ ਤੁਹਾਨੂੰ ਬੁਰਾ ਭਲਾ ਕਹੇਗਾ, ਸੰਸਾਰ ਤੁਹਾਨੂੰ ਸਤਾਵੇਗਾ। ਪ੍ਰਗਟੀਕਰਨ ਤੇ ਪੌਲਸ ਦੇ ਨਾਲ ਵੀ ਜਿਹਾ ਹੋਇਆ, ਪਤਰਸ ਦੇ ਨਾਲ ਵੀ ਜਿਹਾ ਹੋਇਆ, ਯਾਕੂਬ ਦੇ ਨਾਲ ਵੀ ਜਿਹਾ, ਜਿੰਨੇ ਵੀ ਚੇਲੇ ਹੋਏ ਉਹਨਾਂ ਨੇ ਇਸ ਨਿੰਦਾ ਨੂੰ ਆਪਣੇ ਜੀਵਨ ਦੇ ਵਿੱਚ ਸਹਿਆ ਹੈ।
ਪ੍ਰਗਟੀਕਰਨ ਸਖਾਲਾ ਨਹੀਂ ਸੀ। ਮੈਂ ਸਮਝਦਾ ਹਾਂ ਕਿ ਜਦੋਂ ਇਹ ਕੰਮ ਉਹਨਾਂ ਦੇ ਜੀਵਨ ਦੇ ਵਿੱਚ ਹੋ ਰਿਹਾ ਸੀ ਤਾਂ ਪੌਲਸ ਨੇ ਕਦੇ ਵੀ ਆਪਣੇ ਵਿੱਚ ਰੋਣਾ ਨਹੀਂ ਰੋਇਆ, ਡੰਡ ਨਹੀਂ ਪਾਈ ਹੈ। ਉਹਨੇ ਪਰਮੇਸ਼ਵਰ ਦੇ ਲਈ ਇਹ ਆਨੰਦ ਦੀ ਗੱਲ ਸਮਝੀ ਹੈ। ਇਸੇ ਕਰਕੇ ਜਦੋਂ ਫਿਲਿੱਪੀਆਂ ਦੀ ਪੁਸਤਕ ਅਸੀਂ ਪੜ੍ਹਦੇ ਹਾਂ ਤਾਂ ਉਸ ਵਿੱਚ ਪੌਲਸ ਆਪਣੇ ਜੀਵਨ 'ਚ ਹਮੇਸ਼ਾ ਆਨੰਦ ਦੀ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ। ਉਸ ਨੂੰ ਜਦੋਂ ਵੀ ਉਹ ਸਲੀਬ ਦੀ ਕਥਾ ਸੁਣਾਉਂਦਾ ਸੀ ਤਾਂ ਆਨੰਦ ਦੇ ਨਾਲ ਸੁਣਾਉਂਦਾ ਸੀ। ਉਹ ਆਨੰਦ ਦੇ ਨਾਲ ਪਰਮੇਸ਼ਵਰ ਦੇ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਸੀ। ਕਿਉਂਕਿ ਹੁਣ ਪਰਮੇਸ਼ਵਰ ਨੇ ਉਹਦਾ ਸਾਰਾ ਦੁੱਖ, ਸਾਰੇ ਪਾਪ ਅਤੇ ਸਾਰੇ ਕਲੰਕ ਕਲਵਰੀ ਕਰੂਸ ਦੇ ਉੱਤੇ ਝੱਲ ਲਏ ਸੀ ਤੇ ਉਸ ਨੂੰ ਆਪਣੀ ਲਾਈਫ, ਆਪਣੀ ਜ਼ਿੰਦਗੀ ਦੇ ਦਿੱਤੀ ਸੀ। ਉਸਨੇ ਇਸ ਗੱਲ ਦਾ ਆਪਣੇ ਜੀਵਨ ਦੇ ਵਿੱਚ ਆਨੰਦ ਕੀਤਾ ਸੀ। ਜਦੋਂ ਇਬਰਾਨੀਆਂ ਦੀ ਪੁਸਤਕ 11:26 ਪੜ੍ਹਦੇ ਹਾਂ ਤਾਂ ਉਸ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ, ਮੈਂ ਇਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਅਤੇ ਉਹਨੇ ਵਿਚਾਰ ਕੀਤਾ, ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ, ਸਵਰਗੀ ਫਲ ਵੱਲ ਉਹਦਾ ਧਿਆਨ ਸੀ। ਨਿੰਦਿਆ ਜਾਣਾ ਮਿਸਰ ਨਾਲੋਂ ਵੀ ਆਨੰਦਦਾਇਕ ਸਮਝੇ, ਕਿਉਂਕਿ ਮਿਸਰ ਨੂੰ ਵੀ ਅਗਰ ਅਸੀਂ ਦੇਖਿਆ ਜਾਵੇ ਤਾਂ ਉਸ ਨੂੰ ਪਾਪ ਦਾ ਨਾਮ ਦਿੱਤਾ ਗਿਆ। ਪਾਪ ਦਾ ਦੰਡ ਉੱਥੇ ਮਿਲਿਆ, ਇਸਰਾਈਲੀਆਂ ਨੂੰ ਉੱਥੋਂ ਕੱਢਿਆ ਗਿਆ। ਇਸ ਲਈ ਮੈਂ ਜਦੋਂ ਇਸ ਪ੍ਰਗਟੀਕਰਨ ਦੇ ਉੱਤੇ ਅਧਿਐਨ ਕਰ ਰਿਹਾ ਸੀ ਤਾਂ ਮੈਨੂੰ ਇਹ ਪਤਾ ਲੱਗਾ ਕਿ ਮਸੀਹ ਦੇ ਕਾਰਨ ਨਿੰਦਿਤ ਹੋਣਾ ਮਿਸਰ ਦੇ ਭੰਡਾਰ ਦੇ ਧਨ ਨਾਲੋਂ ਉੱਤਮ ਹੈ। ਮਸੀਹ ਦੇ ਲਈ ਕੀ ਅਸੀਂ ਨਿੰਦਾ ਲੈਣੀ ਹੈ ਤਾਂ ਬਾਹਰ ਨਿਕਲਣਾ ਪਏਗਾ, ਬਾਹਰ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਪਏਗਾ। ਉਹਨਾਂ ਦੇ ਨਾਲ ਮਸੀਹ ਦੀ ਖੁਸ਼ਖਬਰੀ ਜਦੋਂ ਦੱਸਦੇ ਹੋ, ਕਈ ਲੋਕ ਤੁਹਾਨੂੰ ਚੰਗਾ ਨਹੀਂ ਸਮਝਣਗੇ, ਕਈ ਲੋਕ ਤੁਹਾਨੂੰ ਬੁਰਾ ਸਮਝਣਗੇ। ਉੱਥੇ ਤੁਹਾਡੇ ਜੀਵਨ 'ਚ ਪ੍ਰਗਟੀਕਰਨ ਹੋਏਗਾ ਸਲੀਬ ਦੀ ਨਿੰਦਾ ਦਾ ਪ੍ਰਗਟੀਕਰਨ। ਫਿਰ ਤੁਸੀਂ ਮਸੀਹ ਦੇ ਸੰਗੀ ਸਾਥੀ ਹੋ, ਉਹਦੇ ਨਾਲ ਮਿਲ ਕੇ ਚੱਲਣ ਵਾਲੇ ਹੋ। ਤੁਸੀਂ ਸੱਚਮੁੱਚ ਫਿਰ ਉਸ ਸਲੀਬ ਨੂੰ, ਜਿਹੜੀ ਮੇਰੇ ਬਚਾਓ ਦੇ ਲਈ ਨਿੰਦਾ ਦਾ ਕਾਰਨ ਬਣੀ ਹੈ, ਉਹ ਤੁਹਾਡੇ ਲਈ ਖੁਸ਼ਖਬਰੀ ਦਾ ਕਾਰਨ ਬਣੇਗੀ। ਉਸ ਦੇ ਲਈ ਅਸੀਂ ਰੁਕ ਨਹੀਂ ਸਕਦੇ, ਉਸ ਦੇ ਲਈ ਅਸੀਂ ਕਦੇ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ। ਇਸ ਲਈ ਸਲੀਬ ਮੇਰੇ ਲਈ ਜੋ ਪ੍ਰਗਟੀਕਰਨ ਹੋਈ ਹੈ ਉਹ ਮੇਰੇ ਪ੍ਰਚਾਰ ਦਾ ਸਾਧਨ ਬਣੀ ਹੈ, ਮੇਰੀ ਖੁਸ਼ਖਬਰੀ ਦਾ ਸਾਧਨ ਬਣੀ ਹੈ। ਇਸ ਲਈ ਪੌਲਸ ਕਹਿੰਦਾ ਹੈ, ਜਦੋਂ ਅਸੀਂ ਗਲਾਤੀਆਂ ਦੀ ਪੁਸਤਕ ਦੇ ਵਿੱਚ ਪੜ੍ਹਦੇ ਹਾਂ ਕਿ ਮੈਂ ਪ੍ਰਚਾਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। ਫਿਰ ਮੈਂ ਪੜ੍ਹ ਰਿਹਾ ਉਸ ਨੂੰ 14 ਨੂੰ, ਕਹਿੰਦਾ ਹੈ, ਮੈਥੋਂ ਇਹ ਨਾ ਹੋਵੇ ਕਿ ਮੈਂ ਹੋਰ ਕਿਸੇ ਗੱਲ ਉੱਤੇ ਅਪਮਾਨ ਕਰਾਂ, ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ, ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਵੱਲੋਂ ਸਲੀਬ ਉੱਤੇ ਚਾੜਿਆ ਗਿਆ। ਅਸੀਂ ਇਹ ਪਰਮੇਸ਼ਵਰ ਦੀ ਖੁਸ਼ਖਬਰੀ ਦਾ ਕੇਂਦਰ ਬਣਦੇ ਹਾਂ ਪ੍ਰਗਟੀਕਰਨ 'ਚ, ਜਦੋਂ ਅਸੀਂ ਉਸ ਦੇ ਸਲੀਬ ਦਾ ਪ੍ਰਚਾਰ ਕਰਦੇ ਹਾਂ। ਦੂਸਰਾ ਜੋ ਮੇਰੇ ਵਿੱਚ ਭਾਗ ਆਇਆ ਹੈ ਅੱਜ ਦੇ ਇਸ ਵਚਨ ਦੇ ਨਾਲ, ਉਹ ਹੈ ਉਸ ਮਨੁੱਖ ਨੂੰ ਧਨ ਸਮਝਣਾ ਚਾਹੀਦਾ ਹੈ ਕਿ ਉਹ ਮਸੀਹ ਦੇ ਕਾਰਨ, ਮਸੀਹ ਦੀ ਸਲੀਬ ਦੇ ਕਾਰਨ ਠੋਕਰ ਖਾਂਦਾ ਹੈ, ਮਸੀਹ ਦੇ ਕਾਰਨ ਠੋਕਰ ਖਾਂਦਾ ਹੈ। ਧਨ ਹੈ ਉਹ ਵਿਅਕਤੀ ਜਿਹੜਾ ਮਸੀਹ ਦੇ ਕਾਰਨ ਠੋਕਰ ਖਾਂਦਾ ਹੈ। ਵਿਅਕਤੀ, ਉਹਨੂੰ ਧਨ ਸਮਝਿਆ ਗਿਆ ਹੈ। ਮੈਂ ਸਮਝਦਾ ਹਾਂ ਇਸ ਨੂੰ ਪੜ੍ਹਨ ਦੇ, ਇਸ ਨੂੰ ਸਮਝਣ ਤੋਂ ਪਹਿਲਾਂ ਮਤੀ ਰਚੀ ਸੁਸਮਾਚਾਰ ਉਸਦਾ 11 ਤੋਂ 6 ਮੈਂ ਪੜ੍ਹਾਂਗਾ, ਜਿਸ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਫ਼ ਰੀਤੀ ਨਾਲ ਆਪਣੇ ਜੀਵਨ ਦੇ ਵਿੱਚ ਆਪਣੇ ਚੇਲਿਆਂ ਨਾਲ ਚੱਲਦੇ ਹੋਏ ਇਹ ਗੱਲ ਆਖੀ ਸੀ। ਔਰ ਇੱਥੇ ਲਿਖਿਆ ਹੋਇਆ ਹੈ, ਕਹਿੰਦਾ, ਅਤੇ ਧਨ ਹੋ ਜੋ ਮੇਰੇ ਕਾਰਨ ਠੋਕਰ ਨਾ ਖਾਵੋ। ਅਤੇ ਧਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
ਸਲੀਬ ਦੇ ਕਾਰਨ ਠੋਕਰ ਨਾ ਖਾਵੇ। ਉਹਦੇ ਲਈ ਧੰਨ, ਆਪਣੇ ਆਪ ਨੂੰ ਧੰਨ ਸਮਝੋ ਕਿ ਮਸੀਹ ਨੇ ਮੇਰੇ ਲਈ ਕੀਤਾ। ਪਰ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਇਹਦੇ ਕਾਰਨ ਮੇਰੇ ਰਿਸ਼ਤੇਦਾਰ ਮੇਰੇ ਤੋਂ ਦੂਰ ਹੋ ਰਹੇ, ਮੇਰੇ ਮਿੱਤਰ ਦੂਰ ਹੋ ਰਹੇ, ਸਮਾਜ ਦੇ ਅੱਛੇ ਲੋਕ ਮੇਰੇ ਕੋਲੋਂ ਦੂਰ ਹੋ ਰਹੇ, ਬੜੇ ਬੜੇ ਲੋਕ ਮੇਰੇ ਕੋਲੋਂ ਦੂਰ ਹੋ ਰਹੇ, ਉਹ ਜੇ ਇਸ ਗੱਲ ਨੂੰ ਸੋਚ ਕੇ ਮਸੀਹ ਦੇ ਕਾਰਨ ਠੋਕਰ ਖਾਂਦਾ ਹੈ ਤਾਂ ਬਲੈਸਡ ਨਹੀਂ ਹੈ। ਧੰਨ ਉਹ ਹੈ ਜਿਹੜਾ ਇਹਨਾਂ ਸਾਰਿਆਂ ਦੇ ਕਾਰਨ ਨਿੰਦਿਤ ਕੀਤਾ ਜਾਂਦਾ, ਉਹ ਠੋਕਰ ਦਾ ਕਾਰਨ ਆ, ਉਹ ਮੂਰਖ ਹੈ। ਆਪਣੇ ਲਈ ਧੰਨ ਸਮਝੋ ਕਿ ਮੈਂ ਸਲੀਬ ਦੇ ਕਾਰਨ ਉਹ ਲੋਕ ਮੇਰੇ ਤੋਂ ਠੋਕਰ ਖਾ ਰਹੇ ਅਤੇ ਮੈਂ ਸਲੀਬ ਦੇ ਕਾਰਨ ਆਨੰਦ ਹੋ ਕੇ ਉਹਦੇ ਵਿੱਚ ਵੱਧ ਰਿਹਾ। ਬਾਈਬਲ ਇਸ ਚੀਜ਼ ਦੇ ਬਾਰੇ ਮੈਨੂੰ, ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ ਅਤੇ ਪਤਰਸ ਦਾ ਸਵਰ ਸਭ ਤੋਂ ਉੱਚਾ ਜਿਹੜਾ ਸਵਰ ਸੀ ਉਹ ਕੀ ਕਹਿੰਦਾ ਹੈ, ਉਹ ਵੀ ਆਪਣਾ ਮਸੀਹ ਦੇ ਕਾਰਨ ਜਦੋਂ ਉਹ ਸਲੀਬ ਦੇ ਉੱਤੇ ਚਾੜਿਆ ਜਾ ਰਿਹਾ ਸੀ, ਉਸਨੇ ਕਿਹਾ ਸੀ ਪ੍ਰਭੂ ਨੂੰ, ਪਹਿਲਾਂ ਮਤੀ 26:33 ਦੇ ਵਿੱਚ ਕਹਿੰਦਾ ਹੈ, ਤੇਰੇ ਵਿਖੇ ਜੇ ਸਾਰੇ ਠੋਕਰ ਖਾਣ ਤਾਂ ਖਾਣ, ਮੈਂ ਠੋਕਰ ਨਹੀਂ ਖਾਊਂਗਾ। ਪਰ ਜਦੋਂ ਉਹ ਸਜ਼ਾ ਆਈ, ਉਸ ਸਜ਼ਾ ਦੇ ਨਿਮਿਤ ਉਸਨੇ ਉੱਥੇ ਉਹ ਮਸੀਹ ਦੇ ਲਈ ਠੋਕਰ ਬਣ ਗਿਆ। ਉੱਥੇ ਉਸਨੇ ਸਵੀਕਾਰ ਨਹੀਂ ਕੀਤਾ ਉਸਨੂੰ, ਉੱਥੇ ਉਸਨੇ 3 ਵਾਰ ਉਸਦਾ ਇਨਕਾਰ ਕੀਤਾ। ਪਿਆਰੋ, ਸਾਡੇ ਲਈ ਆਨੰਦ ਦੀ ਗੱਲ ਹੈ, ਚਾਹੇ ਅਸੀਂ ਕਿਹੋ ਜਿਹੀ ਪਰਿਸਥਿਤੀਆਂ ਦੇ ਵਿੱਚ ਹੋਈਏ, ਕਿਹੋ ਜਿਹੇ ਲੋਕਾਂ ਦੇ ਵਿੱਚ ਹੋਏ, ਕਿਹੋ ਜਿਹੇ ਆਪਣੇ ਸੱਜਣਾ ਮਿੱਤਰਾਂ ਦੇ ਵਿੱਚ ਹੋਈਏ, ਕਿਹੋ ਜਿਹੇ ਰਿਲੇਸ਼ਨਸ਼ਿਪ ਦੇ ਵਿੱਚ ਹੋਈਏ, ਮਸੀਹ ਨੂੰ ਅਸੀਂ ਆਪਣੇ ਜੀਵਨ 'ਚ ਆਦਰ ਦੇਣਾ ਹੈ। ਉਹ ਸਾਡੇ ਲਈ ਆਦਰ ਦੇ ਯੋਗ ਹੈ। ਜੇ ਉਸ ਜਗ੍ਹਾ ਦੇ ਉੱਤੇ ਤੁਸੀਂ ਡਰ ਕੇ ਮਸੀਹ ਦਾ ਇਨਕਾਰ ਕਰਦੇ, ਆਪਣੀ ਗਵਾਹੀ ਦੇਣ ਦੇ ਵਿੱਚ ਡਰ ਜਾਂਦੇ ਹੋ, ਤਾਂ ਤੁਸੀਂ ਸੱਚਮੁੱਚ ਮਸੀਹ ਦੇ ਨਿਮਿਤ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਠੋਕਰ ਦਾ ਕਾਰਨ ਹੋ। ਪਰ ਧੰਨ ਹੈ ਉਹ ਜਿਹੜੇ ਮਸੀਹ ਨੂੰ ਸਵੀਕਾਰ ਕਰਕੇ ਉਸ ਦੀ ਗਵਾਹੀ ਦੇਣ ਤੋਂ ਨਹੀਂ ਡਰਦੇ, ਕਿਉਂਕਿ ਸਮਾਜ ਠੋਕਰ ਖਾਂਦਾ ਹੈ, ਰਿਸ਼ਤੇਦਾਰ ਠੋਕਰ ਖਾਂਦੇ ਆ ਸਾਡੇ ਜੀਵਨ ਤੋਂ। ਤਾਂ ਆਨੰਦ ਦੀ ਗੱਲ ਸਮਝੋ, ਤੁਸੀਂ ਮੁਬਾਰਕ ਹੋ, ਤੁਸੀਂ ਧੰਨ ਹੋ, ਆਸ਼ੀਸ਼ ਪਾਏ ਹੋਏ ਲੋਕ ਹੋ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦਿੰਦਾ ਹੈ ਇਸ ਗੱਲ ਦੇ ਲਈ। ਔਰ ਉਸ ਤੋਂ ਉਪਰੰਤ ਮੈਂ ਇੱਕ ਹੋਰ ਵਚਨ ਪੜ੍ਹਦਾ ਹਾਂ, ਇਸ ਨਿੰਦਾ ਦੇ ਲਈ ਪਹਿਲਾਂ ਹੀ ਪਰਮੇਸ਼ਰ ਨੇ ਕਹਿ ਦਿੱਤਾ ਸੀ ਕਿ ਤੁਸੀਂ ਮੇਰੀ ਇਸ ਗੱਲ ਦੇ ਕਾਰਨ ਤੁਸੀਂ ਠੋਕਰ ਖਾਓਗੇ। ਔਰ ਜਦੋਂ ਤੁਸੀਂ ਠੋਕਰ ਖਾਓਗੇ ਤਾਂ ਤੁਸੀਂ ਵਡਿਆਏ ਨਹੀਂ ਜਾਓਗੇ, ਤੁਸੀਂ ਆਸ਼ੀਸ਼ ਨਹੀਂ, ਤੁਸੀਂ ਨਿੰਦਾ ਦੇ ਕਾਰਨ ਬਣ ਜਾਓ। ਇਸ ਲਈ ਆਪਣੇ ਜੀਵਨ 'ਚ ਜਦੋਂ ਤੁਸੀਂ ਉਸ ਸਲੀਬ ਨੂੰ ਸਵੀਕਾਰ ਕਰਦੇ ਹੋ ਤਾਂ ਉਸ ਦੀ ਸਾਖੀ ਦੇਣ ਤੋਂ, ਉਸ ਦੀ ਗਵਾਹੀ ਦੇਣ ਤੋਂ, ਉਸ ਦੇ ਵਚਨ ਸੁਣਾਉਣ ਤੋਂ ਕਦੇ ਵੀ ਆਪਣੇ ਆਪ ਨੂੰ ਸ਼ਰਮਿੰਦਾ ਨਾ ਸਮਝੋ, ਕਿਉਂਕਿ ਪਰਮੇਸ਼ਰ ਨੇ ਤੁਹਾਡੇ ਲਈ ਮੁਕਤੀ ਦਾ ਕਾਰਜ ਕੀਤਾ ਹੈ, ਆਨੰਦ ਦਾ ਕਾਰਜ ਕੀਤਾ। ਉਹ ਤੁਹਾਡੇ ਲਈ ਆਨੰਦ ਦਾ ਕਾਰਨ ਹੈ। ਮੈਂ ਅੱਜ ਇਸ ਜਗ੍ਹਾ ਦੇ ਉੱਤੇ ਇਸ ਵਚਨ ਨੂੰ ਵਿਰਾਮ ਦਿੰਦਾ ਹਾਂ। ਅਸੀਂ ਕੱਲ ਫੇਰ ਇਸ ਵਚਨ ਦੀ, ਅੱਜ ਸਾਡੇ ਲਈ ਸਲੀਬ ਕੀ ਹੈ, ਕੱਲ ਅਸੀਂ ਫੇਰ ਆਪ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਪ੍ਰਭੂ ਸਾਨੂੰ ਆਪਣੇ ਪਿਆਰ ਔਰ ਆਪਣੀ ਆਮਦ ਦੇ ਵਿੱਚ ਵਧਣ ਦੇ ਲਈ ਸਾਡੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।